ਮਰਦ ਦੀ ਹੈਸੀਅਤ ਦਾ ਅੰਦਾਜ਼ਾ ਉਸਦੀ ਪਤਨੀ ਦੇ ਕੱਪੜਿਆਂ ਤੋਂ ਲੱਗਦਾ ਹੈ ਅਤੇ ਔਰਤ ਦੀ ਸਾਫ਼-ਸਫ਼ਾਈ ਦਾ ਅੰਦਾਜ਼ਾ ਉਸਦੇ ਪਤੀ ਦੇ ਕੱਪੜਿਆਂ ਤੋਂ ਹੁੰਦਾ ਹੈ। ਮੈਂ 1 ਘੰਟੇ ਤੋਂ ਬੈਠੀ ਮੰਮੀ ਦਾ ਲੈਕਚਰ ਸੁਣ ਰਹੀ ਸੀ। ਤੰਗ ਆ ਕੇ ਬੋਲੀ, "ਮੰਮੀ ਤੁਸੀਂ ਇਹ ਸਭ ਮੈਨੂੰ ਕਿਉਂ ਦੱਸ ਰਹੇ ਹੋ?" "ਇਸ ਲਈ ਬੇਟੀ, ਤਾਂ ਜੋ ਤੂੰ ਕੁਝ ਸਬਕ ਲੈ ਸਕੇਂ। ਤੈਨੂੰ ਦਿਖਾਈ ਨਹੀਂ ਦਿੰਦਾ ਤੇਰਾ ਪਤੀ ਸਾਰਾ ਦਿਨ ਗੰਦੇ ਕੱਪੜਿਆਂ ਵਿੱਚ ਫਿਰਦਾ ਹੈ। ਤੂੰ ਉਸਦੇ ਕੱਪੜੇ ਤਾਂ ਦੇਖ, ਵੱਲ ਪਏ ਹੋਏ ਹਨ ਅਤੇ ਮੈਲ ਚੜ੍ਹੀ ਹੋਈ ਹੈ। ਕੀ ਤੈਨੂੰ ਜ਼ਰਾ ਵੀ ਸ਼ਰਮ ਨਹੀਂ ਆਉਂਦੀ? ਆਪਣੇ ਪਤੀ ਨੂੰ ਤੂੰ ਇਸ ਹਾਲ ਵਿੱਚ ਘਰ ਤੋਂ ਬਾਹਰ ਕਿਵੇਂ ਭੇਜ ਦਿੰਦੀ ਹੈ? ਮੈਨੂੰ ਤਾਂ ਹੈਰਾਨੀ ਹੈ ਤੇਰੇ 'ਤੇ।" ਮੰਮੀ ਦੀਆਂ ਗੱਲਾਂ ਮੇਰੇ ਦਿਲ 'ਤੇ ਲੱਗ ਰਹੀਆਂ ਸਨ, ਪਰ ਮੈਂ ਕੀ ਕਰਦੀ? ਮੈਂ ਤਾਂ ਰਾਹੁਲ ਨੂੰ 1000 ਵਾਰ ਕਹਿ ਚੁੱਕੀ ਹਾਂ ਕਿ ਉਹ ਅਜਿਹੇ ਕੱਪੜੇ ਨਾ ਪਾਇਆ ਕਰਨ, ਪਰ ਉਹਨਾਂ 'ਤੇ ਮੇਰੀ ਕਿਸੇ ਗੱਲ ਦਾ ਅਸਰ ਨਹੀਂ ਹੁੰਦਾ। ਹਾਲੇ ਅਸੀਂ ਮਾਂ ਧੀ ਗੱਲਾਂ ਕਰ ਹੀ ਰਹੀਆਂ ਸੀ ਕਿ ਰਾਹੁਲ ਦਰਵਾਜ਼ੇ ਤੋਂ ਅੰਦਰ ਆ ਗਏ। ਉਹਨਾਂ ਨੂੰ ਇਸ ਹੁਲੀਏ ਵਿੱਚ ਦੇਖ ਕੇ ਮੈਂ ਤਾਂ ਹੈਰਾਨ ਰਹਿ ਗਈ। ਉਹਨਾਂ ਦਾ ਚਿਹਰਾ ਇੰਜ ਲੱਗ ਰਿਹਾ ਸੀ ਕਿ ਜਿਵੇਂ ਸਾਲਾਂ ਤੋਂ ਬਿਮਾਰ ਹੋਣ, ਅਤੇ ਕੱਪੜੇ ਇੰਨੇ ਗੰਦੇ ਅਤੇ ਮੈਲੇ ਕਿ ਮੈਂ ਮੰਮੀ ਦੇ ਸਾਹਮਣੇ ਸ਼ਰਮਿੰਦਾ ਹੋ ਗਈ। ਮੈਂ ਉਹਨਾਂ ਦੇ ਪਿੱਛੇ-ਪਿੱਛੇ ਕਮਰੇ ਵਿੱਚ ਆਈ। ਉਹ ਕਹਿਣ ਲੱਗੇ, "ਤੂੰ ਕੀ ਆਪਣੀ ਮਾਂ ਨੂੰ ਲੈ ਕੇ ਦਰਵਾਜ਼ੇ ਦੇ ਸਾਹਮਣੇ ਬੈਠ ਗਈ? ਤੈਨੂੰ ਪਤਾ ਹੈ ਨਾ, ਮੈਂ ਇਸ ਵੇਲੇ ਘਰ ਆਉਂਦਾ ਹਾਂ।" "ਰਾਹੁਲ, ਮੈਨੂੰ ਪਤਾ ਹੈ ਕਿ ਤੁਸੀਂ ਇਸ ਵੇਲੇ ਘਰ ਆਉਂਦੇ ਹੋ, ਪਰ ਇਹ ਕਿਹੜਾ ਤਰੀਕਾ ਹੈ? ਤੁਹਾਨੂੰ ਪਤਾ ਵੀ ਹੈ ਤੁਹਾਡੇ ਇੰਨੇ ਗੰਦੇ ਕੱਪੜਿਆਂ ਕਰਕੇ ਮੰਮੀ ਮੈਨੂੰ ਕਿੰਨਾ ਝਿੜਕਦੀ ਹੈ। ਤੁਸੀਂ ਘੱਟੋ-ਘੱਟ ਸਾਫ਼ ਕੱਪੜੇ ਤਾਂ ਪਾ ਕੇ ਜਾਇਆ ਕਰੋ।" "ਕਿਹੜੇ ਸਾਫ਼ ਕੱਪੜੇ ਪਾ ਕੇ ਜਾਇਆ ਕਰਾਂ ਮੈਂ?" ਰਾਹੁਲ ਉੱਚੀ-ਉੱਚੀ ਬੋਲਣ ਲੱਗਿਆ। "ਤੂੰ ਮੈਨੂੰ ਕਦੀ ਪੁੱਛਿਆ ਹੈ ਕਿ ਮੈਂ ਰੋਟੀ ਖਾ ਲਈ ਜਾਂ ਨਹੀਂ? ਕੱਪੜੇ ਤਾਂ ਬਾਅਦ ਦੀ ਗੱਲ ਹੈ।" ਮੇਰੇ ਦਿਲ ਨੂੰ ਬਹੁਤ ਅਫ਼ਸੋਸ ਹੋਇਆ, ਕਿਉਂਕਿ ਮੈਂ ਆਪਣੇ ਪਤੀ ਨੂੰ ਲੈ ਕੇ ਕੁਝ ਦਿਨਾਂ ਤੋਂ ਲਾਪਰਵਾਹ ਹੋ ਗਈ ਸੀ। ਇਸੇ ਲਈ ਸ਼ਾਇਦ ਉਹ ਜ਼ਿੱਦ ਵਿੱਚ ਆ ਕੇ ਅਜਿਹੇ ਕੱਪੜੇ ਪਾਉਂਦੇ ਹਨ ਜਿਸ ਨਾਲ ਮੇਰਾ ਨਾਮ ਖਰਾਬ ਹੋਵੇ। ਮੈਂ ਉਸ ਦਿਨ ਤੋਂ ਸੋਚ ਲਿਆ ਕਿ ਮੈਂ ਆਪਣੇ ਪਤੀ ਦਾ ਪੂਰਾ ਖਿਆਲ ਰੱਖਾਂਗੀ, ਉਹਨਾਂ ਨੂੰ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਦੇਵਾਂਗੀ ਅਤੇ ਦਿਨ-ਰਾਤ ਉਹਨਾਂ ਦੀ ਸੇਵਾ ਕਰਾਂਗੀ। ਅਗਲੇ ਦਿਨ ਤੋਂ ਮੈਂ ਅਜਿਹਾ ਹੀ ਕੀਤਾ। ਆਪਣੇ ਪਤੀ ਦੇ ਕੱਪੜੇ ਪ੍ਰੈਸ ਕਰਕੇ ਰੱਖ ਦਿੱਤੇ ਅਤੇ ਜਿਵੇਂ ਉਹ ਕਹਿੰਦੇ ਮੈਂ ਉਸੇ ਤਰ੍ਹਾਂ ਕਰਦੀ, ਅਤੇ ਫਿਰ ਇਸ ਗੱਲ ਦਾ ਅਸਰ ਵੀ ਹੋਇਆ। ਅਗਲੇ ਦਿਨ ਮੈਂ ਉੱਠੀ ਤਾਂ ਮੇਰੇ ਪਤੀ ਬੋਲੇ, "ਅੱਜ ਤੂੰ ਜਿਵੇਂ ਕਹੇਂਗੀ ਮੈਂ ਉਸੇ ਤਰ੍ਹਾਂ ਕਰਾਂਗਾ। ਤੂੰ ਮੇਰੀ ਗੱਲ ਮੰਨੀ ਹੈ, ਕਿਉਂ ਨਾ ਮੈਂ ਵੀ ਤੇਰੀ ਗੱਲ ਮੰਨਾਂ।" ਉਹ ਵਧੀਆ ਕੱਪੜੇ ਪਾ ਕੇ ਘਰ ਤੋਂ ਚਲੇ ਗਏ ਅਤੇ ਮੈਂ ਖੁਸ਼ੀ-ਖੁਸ਼ੀ ਆਪਣੇ ਘਰ ਦੇ ਕੰਮਾਂ ਵਿੱਚ ਮਗਨ ਹੋ ਗਈ। ਮੇਰਾ ਖਿਆਲ ਸੀ ਕਿ ਹੁਣ ਮੇਰਾ ਪਤੀ ਸੁਧਰ ਗਿਆ ਹੈ, ਉਹ ਕਦੇ ਵੀ ਦੁਬਾਰਾ ਗੰਦੇ ਕੱਪੜੇ ਨਹੀਂ ਪਾਵੇਗਾ। ਪਰ ਫਿਰ ਸ਼ਾਮ ਨੂੰ ਅਜਿਹਾ ਹੋਇਆ ਕਿ ਜਿਸ ਨਾਲ ਮੇਰਾ ਆਪਣੇ ਪਤੀ ਉੱਪਰ ਸ਼ੱਕ ਵੱਧ ਗਿਆ। ਰਾਹੁਲ ਜਦੋਂ ਵੀ ਘਰ ਆਉਂਦੇ ਤਾਂ ਦਰਵਾਜ਼ੇ ਦੀ ਘੰਟੀ ਵਜਾਉਂਦੇ ਸਨ, ਪਰ ਅੱਜ ਮੈਂ ਆਪਣੇ ਕਮਰੇ ਵਿੱਚ ਬੈਠੀ ਹੋਈ ਸੀ ਤਾਂ ਉਹ ਮੈਨੂੰ ਘਰ ਦੇ ਅੰਦਰ ਆਉਂਦੇ ਦਿਖਾਈ ਦਿੱਤੇ। ਉਹਨਾਂ ਨੇ ਸਵੇਰ ਵਾਲੇ ਕੱਪੜੇ ਪਾਏ ਹੋਏ ਸਨ। ਮੈਂ ਉਹਨਾਂ ਨੂੰ ਦੇਖ ਕੇ ਹੈਰਾਨ ਰਹਿ ਗਈ। ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਘਰ ਦੇ ਅੰਦਰ ਕਿਵੇਂ ਆਏ? ਮੈਂ ਤਾਂ ਹਾਲੇ ਦਰਵਾਜ਼ਾ ਵੀ ਨਹੀਂ ਖੋਲ੍ਹਿਆ ਸੀ। ਕੀ ਦਰਵਾਜ਼ਾ ਖੁੱਲ੍ਹਾ ਸੀ? ਮੈਨੂੰ ਪਰੇਸ਼ਾਨੀ ਹੋਈ। ਅਸਲ ਵਿੱਚ ਦਰਵਾਜ਼ਾ ਖੋਲ੍ਹ ਕੇ ਘਰ ਵਿੱਚ ਬੈਠਣ ਤੋਂ ਮੈਨੂੰ ਉਲਝਣ ਹੁੰਦੀ ਸੀ। ਹਰ ਵੇਲੇ ਚੋਰ ਡਾਕੂ ਦਾ ਡਰ ਮੇਰੇ ਦਿਮਾਗ ਵਿੱਚ ਬੈਠਿਆ ਰਹਿੰਦਾ ਸੀ। ਇਸ ਲਈ ਮੈਂ ਇਸ ਗੱਲ ਦਾ ਖਾਸ ਖਿਆਲ ਰੱਖਦੀ ਸੀ ਕਿ ਦਰਵਾਜ਼ਾ ਕਿਸੇ ਵੇਲੇ ਵੀ ਖੁੱਲ੍ਹਾ ਨਾ ਰਹੇ, ਅਤੇ ਜੇਕਰ ਅਜਿਹਾ ਹੁੰਦਾ ਤਾਂ ਮੇਰੀ ਜਾਨ 'ਤੇ ਬਣ ਆਉਂਦੀ। ਮੇਰੇ ਪਤੀ ਨੇ ਦੱਸਿਆ ਕਿ ਅੱਜ ਮੇਰੀ ਗਲਤੀ ਨਾਲ ਕੁੰਡਾ ਖੁੱਲ੍ਹਾ ਰਹਿ ਗਿਆ ਸੀ। ਸ਼ਾਇਦ ਮੈਂ ਕੰਮਵਾਲੀ ਦੇ ਜਾਣ ਤੋਂ ਬਾਅਦ ਦਰਵਾਜ਼ਾ ਬੰਦ ਨਹੀਂ ਕੀਤਾ, ਅਤੇ ਇਸੇ ਕਰਕੇ ਰਾਹੁਲ ਬਿਨਾਂ ਘੰਟੀ ਵਜਾਏ ਘਰ ਦੇ ਅੰਦਰ ਆ ਗਏ। ਖੈਰ, ਮੈਂ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਮੈਂ ਆਪਣੇ ਪਤੀ ਲਈ ਚਾਹ ਅਤੇ ਪਕੌੜੇ ਬਣਾਉਣ ਲੱਗੀ। ਥੋੜ੍ਹੀ ਦੇਰ ਬਾਅਦ ਉਹਨਾਂ ਨੇ ਮੈਨੂੰ ਆਪਣੇ ਕੋਲ ਬੁਲਾਇਆ। ਉਹ ਕਾਫੀ ਪਰੇਸ਼ਾਨ ਲੱਗ ਰਹੇ ਸਨ। "ਕੀ ਹੋਇਆ ਰਾਹੁਲ, ਤੁਹਾਡੇ ਚਿਹਰੇ ਦਾ ਰੰਗ ਕਿਉਂ ਉੱਡਿਆ ਹੋਇਆ ਹੈ?" ਮੈਂ ਫਿਕਰਮੰਦ ਹੋ ਕੇ ਪੁੱਛਿਆ। "ਅਜਿਹੀ ਕੋਈ ਗੱਲ ਨਹੀਂ ਹੈ।" ਮੈਂ ਤਾਂ ਇੰਜ ਪੁੱਛ ਰਿਹਾ ਸੀ ਕਿ ਤੇਰੇ ਕੋਲ ਘਰ ਵਿੱਚ ਕੋਈ ਗਹਿਣਾ ਵਗੈਰਾ ਹੈ ਜਿਸ ਨੂੰ ਵੇਚ ਕੇ ਮੈਂ ਆਪਣਾ ਕਾਰੋਬਾਰ ਠੀਕ ਕਰ ਸਕਾਂ?" "ਰਾਹੁਲ, ਗਹਿਣੇ ਤਾਂ ਬਹੁਤ ਪਏ ਹਨ, ਪਰ ਤੁਸੀਂ ਇਹ ਤਾਂ ਦੱਸੋ ਕਿ ਤੁਹਾਡੇ ਚੱਲਦੇ ਹੋਏ ਕਾਰੋਬਾਰ ਵਿੱਚ ਨੁਕਸਾਨ ਕਿਵੇਂ ਹੋ ਗਿਆ? ਤੁਸੀਂ ਮੈਨੂੰ ਦੱਸਿਆ ਤਾਂ ਨਹੀਂ?" ਰਾਹੁਲ ਨੇ ਮੇਰੇ ਵੱਲ ਵੇਖਿਆ ਅਤੇ ਬੋਲੇ, "ਤੂੰ ਮੇਰੇ 'ਤੇ ਸ਼ੱਕ ਕਰ ਰਹੀ ਹੈ। ਜੇਕਰ ਤੂੰ ਆਪਣੇ ਗਹਿਣੇ ਦੇਣਾ ਚਾਹੁੰਦੀ ਹੈ ਤਾਂ ਠੀਕ ਹੈ, ਨਹੀਂ ਤਾਂ ਮੈਂ ਕੋਈ ਹੋਰ ਇੰਤਜ਼ਾਮ ਕਰ ਲਵਾਂਗਾ।" ਰਾਹੁਲ ਦੀ ਇਸ ਗੱਲ 'ਤੇ ਮੈਂ ਹੈਰਾਨ ਰਹਿ ਗਈ, ਪਰ ਬੋਲੀ ਕੁਝ ਨਹੀਂ। ਸੋਚਿਆ ਕੱਲ੍ਹ ਨੂੰ ਜਾ ਕੇ ਲਾਕਰ ਵਿੱਚੋਂ ਗਹਿਣੇ ਕਢਵਾ ਲਿਆਵਾਂਗੀ ਅਤੇ ਆਪਣੇ ਪਤੀ ਨੂੰ ਇਸ ਗੱਲ ਦੀ ਖੁਸ਼ਖਬਰੀ ਦੇਵਾਂਗੀ। ਅਗਲੇ ਦਿਨ ਰਾਹੁਲ ਦੇ ਜਾਣ ਤੋਂ ਬਾਅਦ ਮੈਂ ਘਰ ਨੂੰ ਜਿੰਦਾ ਲਗਾਇਆ ਅਤੇ ਬਾਹਰ ਨਿਕਲ ਗਈ। ਥੋੜ੍ਹਾ ਅੱਗੇ ਜਾ ਕੇ ਟੈਕਸੀ ਲਈ ਅਤੇ ਸਿੱਧਾ ਬੈਂਕ ਪਹੁੰਚ ਗਈ। ਉੱਥੇ ਜਾ ਕੇ ਪਤਾ ਚੱਲਿਆ ਕਿ ਅੱਜ-ਕੱਲ੍ਹ ਸੋਨੇ ਦੇ ਰੇਟ ਕਾਫੀ ਵੱਧ ਗਏ ਹਨ, ਇਸ ਲਈ ਸੋਨਾ ਵਧੀਆ ਕੀਮਤ ਵਿੱਚ ਵਿਕ ਰਿਹਾ ਹੈ। ਮੈਂ ਰੱਬ ਦਾ ਧੰਨਵਾਦ ਕੀਤਾ ਅਤੇ ਸੋਚਣ ਲੱਗੀ ਕਿ ਹੁਣ ਰਾਹੁਲ ਦੀ ਪਰੇਸ਼ਾਨੀ ਵੀ ਦੂਰ ਹੋ ਜਾਵੇਗੀ। ਗਹਿਣੇ ਲੈ ਕੇ ਜਦੋਂ ਮੈਂ ਬੈਂਕ ਤੋਂ ਬਾਹਰ ਨਿਕਲੀ
ਤਾਂ ਮੇਰੀ ਨਜ਼ਰ ਸੜਕ ਦੇ ਦੂਜੇ ਪਾਸੇ ਖੜੇ ਇੱਕ ਆਦਮੀ 'ਤੇ ਪਈ, ਜਿਸ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ। ਇਹ ਕੋਈ ਹੋਰ ਨਹੀਂ ਬਲਕਿ ਮੇਰਾ ਪਤੀ ਸੀ, ਜੋ ਇੱਕ ਖੂਬਸੂਰਤ ਕੁੜੀ ਦੇ ਕੋਲ ਖੜਾ ਸੀ। ਇਹ ਔਰਤ ਆਪਣੀ ਗੱਡੀ ਵਿੱਚ ਬੈਠਣ ਲੱਗੀ ਸੀ, ਜਦੋਂ ਕਿ ਮੇਰੇ ਪਤੀ ਉਸ ਕੋਲ ਖੜੇ ਸਨ। ਇਹ ਦੇਖ ਕੇ ਮੇਰਾ ਖੂਨ ਜਲਣ ਲੱਗਿਆ। ਮੈਂ ਸੋਚਿਆ ਵੀ ਨਹੀਂ ਸੀ ਕਿ ਮੇਰਾ ਪਤੀ ਇੰਨਾ ਧੋਖੇਬਾਜ਼ ਨਿਕਲੇਗਾ। ਉਹ ਮੇਰੇ ਨਾਲ ਬੇਵਫਾਈ ਕਰੇਗਾ। ਮੈਂ ਰੋਂਦੇ ਰੋਂਦੇ ਘਰ ਚਲੀ ਗਈ। ਸੜਕ 'ਤੇ ਕੀ ਤਮਾਸ਼ਾ ਕਰਦੀ। ਮੈਂ ਘਰ ਪਹੁੰਚ ਗਈ। ਮੇਰੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ। ਮੈਂ ਆਪਣੇ ਕਮਰੇ ਵਿੱਚ ਬੈਠੀ ਆਪਣੀ ਕਿਸਮਤ 'ਤੇ ਰੋ ਰਹੀ ਸੀ ਕਿ ਰਾਹੁਲ ਘਰ ਦੇ ਅੰਦਰ ਆਏ। ਉਹਨਾਂ ਦੇ ਕਦਮਾਂ ਦੀ ਆਵਾਜ਼ ਨੇ ਮੇਰੇ ਦਿਲ ਵਿੱਚ ਨਫ਼ਰਤ ਦੇ ਦਰਵਾਜ਼ੇ ਖੋਲ੍ਹ ਦਿੱਤੇ। ਅੱਜ ਇਸ ਬੇਵਫਾ ਦੇ ਆਉਣ ਦੀ ਮੈਨੂੰ ਕੋਈ ਖੁਸ਼ੀ ਨਹੀਂ ਸੀ। ਪਤਾ ਨਹੀਂ ਰਾਹੁਲ ਨੇ ਇਹ ਨਵਾਂ ਸਿਲਸਿਲਾ ਕਿਉਂ ਸ਼ੁਰੂ ਕਰ ਦਿੱਤਾ ਸੀ ਕਿ ਉਹ ਬਿਨਾਂ ਘੰਟੀ ਵਜਾਏ ਘਰ ਦੇ ਅੰਦਰ ਆ ਜਾਂਦੇ ਸੀ। ਲੱਗਦਾ ਸੀ ਉਹਨਾਂ ਨੂੰ ਮੇਰੇ 'ਤੇ ਸ਼ੱਕ ਹੈ, ਜਾਂ ਫਿਰ ਉਹ ਕੋਈ ਗੱਲ ਮੇਰੇ ਤੋਂ ਲੁਕੋ ਰਹੇ ਸਨ, ਜੋ ਅਚਾਨਕ ਬਿਨਾਂ ਦੱਸੇ ਘਰ ਆ ਜਾਂਦੇ ਹਨ। ਰਾਹੁਲ ਘਰ ਆਏ ਤਾਂ ਮੈਂ ਸਿੱਧੇ ਮੂੰਹ ਉਹਨਾਂ ਨਾਲ ਗੱਲ ਨਹੀਂ ਕੀਤੀ। ਮੇਰੀ ਅੱਖਾਂ ਦੀ ਲਾਲੀ ਦੇਖ ਕੇ ਉਹ ਸਮਝ ਗਏ ਕਿ ਮੈਨੂੰ ਕਿਸੇ ਗੱਲ ਦੀ ਭਿਣਕ ਲੱਗ ਗਈ ਹੈ। ਉਹ ਮੇਰੇ ਪੈਰਾਂ ਕੋਲ ਬੈਠ ਕੇ ਬੋਲੇ, ਲੱਗਦਾ ਹੈ ਤੂੰ ਮੇਰੇ ਨਾਲ ਕੁਝ ਨਾਰਾਜ਼ ਹੈ। ਨਾਰਾਜ਼? ਮੈਂ ਤੁਹਾਡੀ ਬੇਵਫਾਈ ਨੂੰ ਕਿੱਥੇ ਤੱਕ ਬਰਦਾਸ਼ਤ ਕਰਾਂ? ਤੁਸੀਂ ਮੈਨੂੰ ਦੱਸਿਆ ਤੱਕ ਨਹੀਂ। ਅੱਜ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ। ਪਲਾਜ਼ਾ ਦੇ ਸਾਹਮਣੇ ਉਸ ਔਰਤ ਨਾਲ ਖੜੇ ਕੀ ਕਰ ਰਹੇ ਸੀ। ਮੈਂ ਪੁੱਛ ਸਕਦੀ ਹਾਂ, ਉਸ ਔਰਤ ਨਾਲ ਤੁਹਾਡਾ ਕੀ ਰਿਸ਼ਤਾ ਹੈ? ਗ੍ਰਾਹਕ ਹੈ ਤੁਹਾਡੀ? ਕੌਣ ਹੈ ਉਹ? ਮੇਰਾ ਗੁੱਸਾ 7ਵੇਂ ਅਸਮਾਨ 'ਤੇ ਸੀ। ਤੂੰ ਬਿਨਾਂ ਗੱਲ ਤੋਂ ਕਿਉਂ ਸ਼ੱਕ ਕਰ ਰਹੀ ਹੈ? ਮੇਰੇ ਕਈ ਗ੍ਰਾਹਕ ਹਨ ਜਿਨ੍ਹਾਂ ਨੂੰ ਮੈਂ ਰੋਜ਼ਾਨਾ ਮਾਲ ਦੇਣਾ ਹੁੰਦਾ ਹੈ, ਅਤੇ ਕੁਝ ਗ੍ਰਾਹਕ ਤਾਂ ਅਜਿਹੇ ਵੀ ਹੁੰਦੇ ਹਨ ਜੋ ਆਪਣੀ ਗੱਡੀ ਵਿੱਚੋਂ ਉਤਰਨਾ ਪਸੰਦ ਨਹੀਂ ਕਰਦੇ। ਬਸ ਇਸੇ ਲਈ ਸ਼ਾਇਦ ਤੂੰ ਮੈਨੂੰ ਕਿਸੇ ਔਰਤ ਦੀ ਗੱਡੀ ਕੋਲ ਖੜੇ ਦੇਖ ਲਿਆ ਹੋਵੇਗਾ। ਅੱਛਾ, ਤੂੰ ਮੈਨੂੰ ਆਪ ਦੱਸ, ਕੀ ਮੈਂ ਉਸ ਔਰਤ ਦੀ ਗੱਡੀ ਵਿੱਚ ਉਸਦੇ ਨਾਲ ਬੈਠਾ ਸੀ? ਮੇਰੇ ਪਤੀ ਨੇ ਫਿਰ ਇੱਕ ਨਵੀਂ ਗੱਲ ਕੱਢੀ। ਮੈਂ ਸੋਚਣ ਲੱਗੀ ਤਾਂ ਯਾਦ ਆਇਆ ਕਿ ਵਾਕਈ ਮੈਂ ਉਹਨਾਂ ਨੂੰ ਗੱਡੀ ਵਿੱਚ ਬੈਠੇ ਤਾਂ ਨਹੀਂ ਦੇਖਿਆ ਸੀ। ਤਾਂ ਇਸ ਗੱਲ ਨੂੰ ਮੈਨੂੰ ਭੁੱਲਣਾ ਹੀ ਪਿਆ ਅਤੇ ਰਾਹੁਲ ਨੂੰ ਮਾਫ਼ ਕਰਨਾ ਪਿਆ, ਕਿਉਂਕਿ ਰਾਹੁਲ ਦੇ ਮੁਤਾਬਿਕ ਉਹ ਸਿਰਫ ਆਪਣਾ ਮਾਲ ਦੇਣ ਲਈ ਗਏ ਸੀ। ਹੁਣ ਮੇਰੇ ਮਨ ਨੂੰ ਸ਼ਾਂਤੀ ਮਿਲ ਗਈ ਸੀ ਕਿ ਰਾਹੁਲ ਸਿਰਫ ਮੇਰਾ ਹੈ। ਮੈਂ ਹੁਣ ਉਹਨਾਂ 'ਤੇ ਨਜ਼ਰ ਵੀ ਰੱਖਣ ਲੱਗ ਪਈ। ਰਾਹੁਲ ਹੁਣ ਮੋਬਾਈਲ ਫੋਨ 'ਤੇ ਵੀ ਕਿਸੇ ਤਰ੍ਹਾਂ ਦਾ ਕੋਡ ਨਹੀਂ ਲਗਾਉਂਦੇ ਸਨ, ਅਤੇ ਨਾ ਹੀ ਮੇਰੇ ਤੋਂ ਕੋਈ ਗੱਲ ਲੁਕਾਉਂਦੇ। ਜਦੋਂ ਮੈਂ ਆਫਿਸ ਟਾਈਮ 'ਤੇ ਫ਼ੋਨ ਕਰਦੀ ਤਾਂ ਉਹਨਾਂ ਦਾ ਫ਼ੋਨ ਕਦੇ ਵੀ ਬਿਜ਼ੀ ਨਹੀਂ ਹੁੰਦਾ ਸੀ। ਹਾਲੇ ਇਹ ਮੁਸੀਬਤ ਟਲੀ ਹੀ ਸੀ ਕਿ ਮੇਰੇ ਪਤੀ ਨੇ ਆਪਣਾ ਦੂਜਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ। ਹੁਣ ਮੈਨੂੰ ਉਹਨਾਂ ਦੇ ਘਰ ਲੇਟ ਆਉਣ ਅਤੇ ਬਿਨਾਂ ਘੰਟੀ ਵਜਾਏ ਘਰ ਦੇ ਅੰਦਰ ਆਉਣ ਦੀ ਵਜ੍ਹਾ ਵੀ ਸਮਝ ਆ ਗਈ ਸੀ। ਉਹ ਅਸਲ ਵਿੱਚ ਉਹੀ ਪੁਰਾਣੇ ਕੱਪੜੇ ਪਾ ਕੇ ਘਰ ਤੋਂ ਬਾਹਰ ਜਾਂਦੇ ਅਤੇ ਘਰ ਵਾਪਸ ਆਉਂਦੇ ਸਮੇਂ ਕੱਪੜੇ ਬਦਲ ਲੈਂਦੇ, ਤਾਂ ਜੋ ਮੇਰਾ ਵਹਿਮ ਕਾਇਮ ਰਹੇ। ਇਹ ਗੱਲ ਮੈਨੂੰ ਬਹੁਤ ਤਕਲੀਫ ਦਿੰਦੀ ਸੀ ਕਿ ਮੇਰਾ ਪਤੀ ਬਾਹਰ ਅਜਿਹੇ ਕੱਪੜਿਆਂ ਵਿੱਚ ਜਾਂਦਾ ਹੈ ਜਿਨ੍ਹਾਂ ਨੂੰ ਕੋਈ ਵੀ ਪਸੰਦ ਨਹੀਂ ਕਰਦਾ। ਪਰ ਮੈਂ ਉਹਨਾਂ ਨੂੰ ਕੀ ਪੁੱਛਦੀ ਅਤੇ ਕੀ ਕਹਿੰਦੀ? ਉਹ ਇਸ ਤਰ੍ਹਾਂ ਆਉਂਦੇ ਜਾਂਦੇ ਸਨ, ਮੈਨੂੰ ਪਤਾ ਹੀ ਨਹੀਂ ਚੱਲਦਾ ਸੀ। ਮੇਰੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ਫੜੇ ਨਾ ਜਾਂਦੇ। ਤਾਂ ਇੱਕ ਦਿਨ ਮੈਂ ਸੋਚ ਲਿਆ ਕਿ ਸਵੇਰ ਤੋਂ ਸ਼ਾਮ ਤੱਕ ਦਰਵਾਜ਼ੇ ਦੇ ਸਾਹਮਣੇ ਬੈਠੀ ਰਹਾਂਗੀ। ਜਿਵੇਂ ਹੀ ਉਹ ਘਰ ਦੇ ਅੰਦਰ ਆਉਣਗੇ, ਮੈਂ ਉਹਨਾਂ ਨੂੰ ਰੰਗੇ ਹੱਥੀਂ ਫੜ ਲਵਾਂਗੀ ਅਤੇ ਉਹਨਾਂ ਨੂੰ ਸ਼ਰਮਿੰਦਾ ਕਰਾਂਗੀ ਕਿ ਉਹਨਾਂ ਨੇ ਮੇਰੀ ਗੱਲ ਦਾ ਮਾਣ ਨਹੀਂ ਰੱਖਿਆ। ਪਤਾ ਨਹੀਂ ਮੇਰੇ ਪਤੀ ਨੂੰ ਕਿਸ ਚੀਜ਼ ਦੀ ਕਮੀ ਸੀ। ਘਰ ਵਿੱਚ ਹਰ ਤਰ੍ਹਾਂ ਦੇ ਕੱਪੜੇ ਹਨ, ਪਰ ਇਹ ਉਹੀ ਗੰਦੇ ਮੈਲੇ ਕੱਪੜੇ ਪਾਉਣਾ ਪਸੰਦ ਕਰਦੇ ਹਨ। ਅੱਜ ਉਹ ਜਿਵੇਂ ਹੀ ਘਰ ਆਏ ਤਾਂ ਮੈਂ ਉਹਨਾਂ ਦੇ ਪਿੱਛੇ ਹੀ ਪੈ ਗਈ, ਕਿਉਂਕਿ ਦਰਵਾਜ਼ੇ ਤੋਂ ਅੰਦਰ ਆਉਂਦੇ ਹੀ ਮੇਰੀ ਨਜ਼ਰ ਉਹਨਾਂ ਦੇ ਗੰਦੇ ਕੱਪੜਿਆਂ 'ਤੇ ਗਈ ਤਾਂ ਉਹ ਆਪ ਵੀ ਸ਼ਰਮਿੰਦਾ ਹੋ ਗਏ। ਰਾਹੁਲ, ਤੁਸੀਂ ਮੈਨੂੰ ਝੂਠ ਬੋਲਿਆ, ਮੈਂ ਗੁੱਸੇ ਨਾਲ ਕਿਹਾ। ਮੈਨੂੰ ਮਾਫ਼ ਕਰ ਦੇ, ਅਸਲ ਵਿੱਚ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ। ਅੱਗੇ ਤੋਂ ਅਜਿਹੇ ਕੱਪੜੇ ਨਹੀਂ ਪਾ ਕੇ ਜਾਵਾਂਗਾ। ਪਰ ਤੂੰ ਮੇਰੀ ਗੱਲ ਸੁਣੇਂਗੀ ਤਾਂ ਤੇਰਾ ਮਨ ਵੀ ਦੁਖੀ ਹੋ ਜਾਵੇਗਾ। ਉਹਨਾਂ ਨੇ ਫਿਰ ਤੋਂ ਇੱਕ ਨਵਾਂ ਡਰਾਮਾ ਰਚਿਆ। ਖੈਰ, ਗੱਲ ਤਾਂ ਮੈਨੂੰ ਉਹਨਾਂ ਦੀ ਸੁਣਨੀ ਹੀ ਪੈਣੀ ਸੀ। ਮੈਂ ਉਹਨਾਂ ਦੇ ਨਾਲ ਕਮਰੇ ਵਿੱਚ ਆ ਗਈ, ਉਹਨਾਂ ਨੂੰ ਚਾਹ ਦਿੱਤੀ। ਜਦੋਂ ਉਹਨਾਂ ਦਾ ਮੂਡ ਠੀਕ ਹੋਇਆ ਤਾਂ ਮੈਂ ਪੁੱਛਣ ਲੱਗੀ, ਦੱਸੋ ਰਾਹੁਲ, ਤੁਸੀਂ ਇਹ ਮੈਲੇ ਕੱਪੜੇ ਪਾਉਣੇ ਕਿਉਂ ਨਹੀਂ ਛੱਡੇ? ਕਿਸ ਚੀਜ਼ ਦੀ ਕਮੀ ਹੈ ਤੁਹਾਨੂੰ? ਰੱਬ ਦਾ ਦਿੱਤਾ ਸਭ ਕੁਝ ਹੈ ਤੁਹਾਡੇ ਕੋਲ। ਨਹੀਂ, ਅਜਿਹੀ ਕੋਈ ਗੱਲ ਨਹੀਂ ਹੈ। ਤੂੰ ਸਮਝਣ ਦੀ ਕੋਸ਼ਿਸ਼ ਕਰ। ਅਸਲ ਵਿੱਚ ਜਦੋਂ ਮੈਂ ਦੂਜੇ ਸ਼ਹਿਰ ਵਿੱਚ ਰਹਿੰਦਾ ਸੀ ਤਾਂ ਮੈਂ ਇੱਕ ਦਰਜੀ ਕੋਲ ਜਾਇਆ ਕਰਦਾ ਸੀ। ਉਹ ਇੰਨੇ ਵਧੀਆ ਕੱਪੜੇ ਸਿਲਾਈ ਕਰਦਾ ਸੀ ਕਿ ਉਸ ਦਾ ਕੋਈ ਜਵਾਬ ਨਹੀਂ ਸੀ। ਇਸ ਲਈ ਮੈਂ ਆਪਣੇ ਕੱਪੜੇ ਉਸ ਤੋਂ ਹੀ ਸਵਾਉਂਦਾ ਸੀ। ਪਰ ਫਿਰ ਉਹ ਦਰਜੀ ਦੂਜੇ ਸ਼ਹਿਰ ਵਿੱਚ ਚਲਾ ਗਿਆ। ਉਸ ਕੋਲ ਮੇਰੇ 3-4 ਜੋੜੇ ਕੱਪੜਿਆਂ ਦੇ ਵੀ ਸਨ ਜੋ ਮੈਂ ਉਸਨੂੰ ਸਿਲਾਈ ਕਰਨ ਲਈ ਦਿੱਤੇ ਸਨ, ਪਰ ਉਸਦਾ ਕੋਈ ਰਿਸ਼ਤੇਦਾਰ ਮਰ ਗਿਆ। ਉਸ ਤੋਂ ਬਾਅਦ ਉਹ ਦੁਬਾਰਾ ਮੈਨੂੰ ਸ਼ਹਿਰ ਵਿੱਚ ਨਜ਼ਰ ਨਹੀਂ ਆਇਆ। ਹਫ਼ਤੇ ਗੁਜ਼ਰ ਗਏ ਅਤੇ ਮੈਂ ਦਿੱਲੀ ਸ਼ਹਿਰ ਵਿੱਚ ਆ ਗਿਆ। ਹੁਣ ਤੈਨੂੰ ਤਾਂ ਪਤਾ ਹੀ ਹੈ, ਇੱਥੇ ਮੈਨੂੰ ਕਿਸੇ ਵੀ ਦਰਜੀ ਦਾ ਕੋਈ ਵੀ ਕੱਪੜਾ ਪਸੰਦ ਨਹੀਂ ਆਉਂਦਾ।
ਬਸ ਇੱਕ ਉਹੀ ਦਰਜੀ ਸੀ ਜੋ ਮੇਰੇ ਮਨਪਸੰਦ ਕੱਪੜੇ ਸਿਲਾਈ ਕਰਦਾ ਸੀ। ਇਸ ਲਈ ਵਾਰ-ਵਾਰ ਇਹੀ ਕੱਪੜੇ ਧੋਂਦਾ ਹਾਂ ਅਤੇ ਇਹੀ ਦੁਬਾਰਾ ਪਾ ਲੈਂਦਾ ਹਾਂ। ਮੇਰੇ ਪਤੀ ਨੇ ਗੱਲ ਪੂਰੀ ਕੀਤੀ ਅਤੇ ਇੱਕ ਵਾਰ ਫੇਰ ਮੈਂ ਉਹਨਾਂ ਦੀਆਂ ਗੱਲਾਂ ਵਿੱਚ ਆ ਗਈ। ਮੈਂ ਸਾਰੇ ਗਿਲੇ-ਸ਼ਿਕਵੇ ਭੁੱਲ ਗਈ, ਇਹ ਜਾਣੇ ਬਗੈਰ ਕਿ ਉਹਨਾਂ ਨੇ ਜੋ ਕਹਾਣੀ ਮੈਨੂੰ ਸੁਣਾਈ ਹੈ ਉਹ ਝੂਠੀ ਵੀ ਹੋ ਸਕਦੀ ਹੈ। ਪਰ ਮੈਂ ਕਰ ਵੀ ਕੀ ਸਕਦੀ ਸੀ? ਮੈਂ ਚੁੱਪ ਰਹੀ। ਪਰ ਮੈਂ ਦਿਲ ਹੀ ਦਿਲ ਵਿੱਚ ਸੋਚ ਲਿਆ ਕਿ ਹੁਣ ਉਸੇ ਦਰਜੀ ਤੋਂ ਕੱਪੜੇ ਸਵਾ ਕੇ ਲਿਆਵਾਂਗੀ ਅਤੇ ਆਪਣੇ ਪਤੀ ਨੂੰ ਦੇਵਾਂਗੀ, ਤਾਂ ਜੋ ਉਹਨਾਂ ਦਾ ਇਹ ਬਹਾਨਾ ਤਾਂ ਖਤਮ ਹੋਵੇ ਕਿ ਉਹਨਾਂ ਕੋਲ ਚੰਗੇ ਕੱਪੜੇ ਨਹੀਂ ਹਨ। ਮੈਂ ਉਹਨਾਂ ਦੇ ਫ਼ੋਨ ਨੰਬਰ ਦੇਖਣੇ ਸ਼ੁਰੂ ਕੀਤੇ, ਸਾਰੀ ਡਾਇਰੀ ਫਰੋਲ ਦਿੱਤੀ। ਪਤਾ ਲੱਗਿਆ ਕਿ ਜਗਦੀਸ਼ ਦੁਕਾਨਦਾਰ ਦਾ ਵੀ ਕੱਪੜਿਆਂ ਦਾ ਚੰਗਾ ਕਾਰੋਬਾਰ ਹੈ। ਮੈਂ ਉਹਨਾਂ ਦੀ ਡਾਇਰੀ ਵਿੱਚੋਂ ਨੰਬਰ ਨੋਟ ਕਰ ਲਿਆ। ਉਸ ਦਰਜੀ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਉਹ ਅੱਜ-ਕੱਲ੍ਹ ਇਸੇ ਸ਼ਹਿਰ ਵਿੱਚ ਹੈ। ਉਸਦਾ ਕੋਈ ਰਿਸ਼ਤੇਦਾਰ ਮਰ ਗਿਆ ਸੀ। ਉਸ ਤੋਂ ਬਾਅਦ ਉਹ ਆਪਣੇ ਗ੍ਰਾਹਕਾਂ ਨੂੰ ਨਹੀਂ ਮਿਲ ਸਕਿਆ। ਉਸਦਾ ਫ਼ੋਨ ਵੀ ਗੁੰਮ ਹੋ ਗਿਆ ਸੀ। ਕਿਸੇ ਕੋਲ ਵੀ ਉਸਦਾ ਨੰਬਰ ਨਹੀਂ ਸੀ ਅਤੇ ਉਹ ਆਪ ਵੀ ਕਿਸੇ ਨਾਲ ਰਾਬਤਾ ਨਹੀਂ ਕਰ ਸਕਿਆ। ਦਰਜੀ ਦੀ ਗੱਲ ਸੁਣ ਕੇ ਮੈਨੂੰ ਆਪਣੇ ਪਤੀ ਦੀਆਂ ਗੱਲਾਂ ਵਿੱਚ ਕੁਝ ਦਮ ਲੱਗਿਆ। ਮੈਂ ਸੋਚਿਆ ਕਿ ਮੈਂ ਆਪ ਹੀ ਜਾ ਕੇ ਉਸ ਦਰਜੀ ਤੋਂ ਉਹ ਕੱਪੜੇ ਲੈ ਆਉਂਦੀ ਹਾਂ ਜੋ ਮੇਰੇ ਪਤੀ ਨੇ ਸਵਾਉਣ ਲਈ ਉਸਨੂੰ ਦਿੱਤੇ ਸਨ। ਪਰ ਸਾਡੇ ਸ਼ਹਿਰ ਤੋਂ ਉਸ ਦਰਜੀ ਦੇ ਸ਼ਹਿਰ ਦਾ ਰਸਤਾ ਬਹੁਤ ਜ਼ਿਆਦਾ ਸੀ। ਤਕਰੀਬਨ 2-3 ਘੰਟੇ ਤਾਂ ਮੈਨੂੰ ਲੱਗ ਹੀ ਜਾਂਦੇ। ਹੁਣ ਮੈਂ ਆਪਣੇ ਪਤੀ ਲਈ ਕੀ ਕਰਦੀ? ਮੈਂ ਆਪਣੀ ਸਹੇਲੀ ਦੀ ਮਦਦ ਲਿੱਤੀ। ਉਹ ਉਸੇ ਸ਼ਹਿਰ ਦੀ ਰਹਿਣ ਵਾਲੀ ਸੀ। ਉਹ ਹੋਸਟਲ ਵਿੱਚ ਰਹਿੰਦੀ ਸੀ, ਇੱਕ ਸਕੂਲ ਵਿੱਚ ਨੌਕਰੀ ਕਰਦੀ ਸੀ ਅਤੇ ਜ਼ਿਆਦਾਤਰ ਉਸਦਾ ਆਉਣਾ-ਜਾਣਾ ਲੱਗਿਆ ਹੀ ਰਹਿੰਦਾ ਸੀ। ਮੈਂ ਉਸਨੂੰ ਕਹਿ ਦਿੱਤਾ, ਮੇਰੇ ਨਾਲ ਕਿਸੇ ਦਿਨ ਆਪਣੇ ਸ਼ਹਿਰ ਦੇ ਇੱਕ ਦਰਜੀ ਕੋਲ ਚੱਲ। ਮੈਂ ਉਸ ਤੋਂ ਆਪਣੇ ਪਤੀ ਲਈ ਕੱਪੜੇ ਸਵਾਉਣਾ ਚਾਹੁੰਦੀ ਹਾਂ। ਉਹ ਮੰਨ ਗਈ ਅਤੇ ਕਹਿਣ ਲੱਗੀ ਕਿ ਬੁੱਧਵਾਰ ਨੂੰ ਮੈਂ ਜਾ ਰਹੀ ਹਾਂ, ਤਾਂ ਮੇਰੇ ਨਾਲ ਹੀ ਚੱਲੀ। ਮੈਂ ਉਸਦੀ ਗੱਲ ਮੰਨ ਲਈ। ਮੈਂ ਅਗਲੇ ਦਿਨ ਆਪਣੀ ਸਹੇਲੀ ਨਾਲ ਚਲੀ ਗਈ। ਉੱਥੇ ਜਾ ਕੇ ਪਤਾ ਲੱਗਿਆ ਕਿ ਵਾਕਈ ਉਸ ਦਰਜੀ ਕੋਲ ਮੇਰੇ ਪਤੀ ਦੇ 3 ਜੋੜੇ ਪਏ ਹਨ। ਮੈਂ ਫਟਾਫਟ ਉਹ ਕੱਪੜੇ ਲਏ, ਉਹਨਾਂ ਦੀ ਸਿਲਾਈ ਦੇ ਪੈਸੇ ਦਿੱਤੇ ਅਤੇ ਗੱਡੀ ਵਿੱਚ ਬੈਠ ਕੇ ਜਲਦੀ ਨਾਲ ਆਪਣੇ ਘਰ ਪਹੁੰਚੀ। ਮੇਰੇ ਪਤੀ ਉਸ ਵੇਲੇ ਤੱਕ ਹਲੇ ਘਰ ਨਹੀਂ ਆਏ ਸਨ। ਮੈਂ ਸੋਚਿਆ ਕਿ ਅੱਜ ਮੈਂ ਉਹਨਾਂ ਨੂੰ ਇਸ ਗੱਲ ਦੀ ਖੁਸ਼ਖਬਰੀ ਦੇਵਾਂਗੀ ਕਿ ਉਹ ਦਰਜੀ ਮਿਲ ਗਿਆ ਹੈ ਅਤੇ ਉਸ ਕੋਲ ਉਹਨਾਂ ਦੇ ਕੱਪੜੇ ਵੀ ਸਨ ਜੋ ਸਿਲਾਈ ਹੋ ਚੁੱਕੇ ਹਨ। ਮੈਂ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ, ਪਰ ਅੱਜ ਉਹਨਾਂ ਨੂੰ ਘਰ ਆਉਂਦੇ-ਆਉਂਦੇ ਰਾਤ ਦੇ 12 ਵੱਜ ਗਏ ਸਨ। ਮੈਂ ਪਰੇਸ਼ਾਨ ਹੋ ਰਹੀ ਸੀ। ਰਾਤ ਦੇ 12 ਵਜੇ ਉਹ ਥੱਕੇ-ਹਾਰੇ ਘਰ ਪਹੁੰਚੇ। ਉਹਨਾਂ ਦਾ ਚਿਹਰਾ ਪਰੇਸ਼ਾਨੀ ਨਾਲ ਭਰਿਆ ਹੋਇਆ ਸੀ। ਕੱਪੜੇ ਉਹੀ ਪਾਏ ਹੋਏ ਸਨ ਜੋ ਮੇਰੇ ਬਾਰ-ਬਾਰ ਮਨ੍ਹਾ ਕਰਨ ਦੇ ਬਾਵਜੂਦ ਵੀ ਨਹੀਂ ਬਦਲਦੇ ਸਨ। ਉਹਨਾਂ ਨੂੰ ਪਰੇਸ਼ਾਨ ਦੇਖ ਕੇ ਮੈਂ ਆਪਣਾ ਸਰਪ੍ਰਾਈਜ਼ ਦੱਸਣਾ ਹੀ ਭੁੱਲ ਗਈ। ਕੀ ਹੋਇਆ, ਤੁਸੀਂ ਇੰਨੇ ਉਦਾਸ ਕਿਉਂ ਹੋ? ਕੋਈ ਪਰੇਸ਼ਾਨੀ ਹੈ ਤਾਂ ਦੱਸੋ। ਨਹੀਂ, ਕੋਈ ਗੱਲ ਨਹੀਂ ਹੈ, ਰਾਹੁਲ ਨੇ ਕਿਹਾ ਅਤੇ ਉਹ ਸੌਣ ਚਲੇ ਗਏ। ਮੈਂ ਸੋਚਿਆ ਕਿ ਉਹਨਾਂ ਨੂੰ ਕੱਪੜਿਆਂ ਬਾਰੇ ਕੱਲ੍ਹ ਹੀ ਦੱਸਾਂਗੀ। ਅਗਲੀ ਸਵੇਰ ਮੇਰੀ ਅੱਖ ਜਲਦੀ ਹੀ ਖੁੱਲ੍ਹ ਗਈ। ਉਸ ਵੇਲੇ ਰਾਹੁਲ ਆਫਿਸ ਲਈ ਤਿਆਰ ਹੋ ਰਹੇ ਸਨ। ਮੈਂ ਉਹਨਾਂ ਨੂੰ ਰੋਕ ਲਿਆ ਅਤੇ ਦੱਸਿਆ ਕਿ ਮੈਂ ਉਹਨਾਂ ਲਈ ਉਸ ਦਰਜੀ ਤੋਂ ਉਹਨਾਂ ਦੇ 3 ਸੂਟ ਲੈ ਆਈ ਹਾਂ। ਮੇਰੀ ਗੱਲ ਸੁਣ ਕੇ ਉਹ ਬਹੁਤ ਖੁਸ਼ ਹੋਏ, ਪਰ ਕਹਿਣ ਲੱਗੇ ਕਿ ਇਸ ਵੇਲੇ ਮੈਂ ਇਹ ਨਵੇਂ ਕੱਪੜੇ ਪਾ ਕੇ ਨਹੀਂ ਜਾ ਸਕਾਂਗਾ। ਮੈਨੂੰ ਲੱਗਿਆ ਕਿ ਰਾਤ ਮੂਡ ਖਰਾਬ ਸੀ, ਸ਼ਾਇਦ ਇਸ ਲਈ ਉਹਨਾਂ ਨੇ ਧਿਆਨ ਨਹੀਂ ਦਿੱਤਾ। ਪਰ ਪੂਰਾ 1 ਹਫ਼ਤਾ ਗੁਜ਼ਰ ਗਿਆ। ਮੇਰੇ ਪਤੀ ਨੇ ਉਹ ਕੱਪੜੇ ਨਹੀਂ ਪਾਏ ਜੋ ਮੈਂ ਉਹਨਾਂ ਲਈ ਦਰਜੀ ਤੋਂ ਸਵਾ ਕੇ ਲਿਆਈ ਸੀ। ਹੁਣ ਮੈਨੂੰ ਬਹੁਤ ਦੁੱਖ ਵੀ ਹੋਇਆ ਅਤੇ ਪਰੇਸ਼ਾਨੀ ਵੀ ਕਿ ਮੇਰੇ ਲਿਆਂਦੇ ਹੋਏ ਇੰਨੇ ਵਧੀਆ ਕੱਪੜੇ ਮੇਰੇ ਪਤੀ ਨੇ 1 ਮਿੰਟ ਵਿੱਚ ਰੱਦ ਕਰ ਦਿੱਤੇ, ਜਦੋਂ ਕਿ ਮੈਂ ਉਹਨਾਂ ਦੀ ਸਿਲਾਈ ਵੀ ਆਪਣੇ ਪੈਸਿਆਂ ਵਿੱਚੋਂ ਦਿੱਤੀ ਸੀ। ਖੈਰ, ਮੈਂ ਕਰ ਵੀ ਕੀ ਸਕਦੀ ਸੀ। ਫਿਰ ਉਸੇ ਗੱਲ 'ਤੇ ਖੁਸ਼ ਸੀ ਕਿ ਹੁਣ ਮੇਰੇ ਪਤੀ ਕੋਲ ਗੰਦੇ ਕੱਪੜੇ ਪਾਉਣ ਦਾ ਕੋਈ ਬਹਾਨਾ ਨਹੀਂ ਰਿਹਾ। ਪਰ ਇਹ ਤਾਂ ਸਿਰਫ ਇੱਕ ਗਲਤਫਹਿਮੀ ਸੀ। ਰਾਹੁਲ ਮੇਰੇ ਤੋਂ ਚੋਰੀ-ਛੁਪੇ ਉਹੀ ਕੱਪੜੇ ਪਾ ਕੇ ਘਰ ਤੋਂ ਬਾਹਰ ਨਿਕਲਦੇ ਅਤੇ ਘਰ ਆਉਣ ਵੇਲੇ ਉਹਨਾਂ ਨੇ ਇਹੀ ਕੱਪੜੇ ਪਾਏ ਹੁੰਦੇ ਸਨ। ਮੈਂ ਸੋਚ ਲਿਆ ਕਿ ਮੈਂ ਹੁਣ ਰਾਹੁਲ ਦੇ ਪਿੱਛੇ ਜਾਵਾਂਗੀ, ਉਹਨਾਂ ਦੇ ਕਾਰੋਬਾਰ ਦੀ ਹਰ ਖਬਰ ਲਵਾਂਗੀ ਅਤੇ ਦੇਖਾਂਗੀ ਕਿ ਉਹ ਕਿੱਥੇ ਜਾਂਦੇ ਹਨ। ਅਗਲੇ ਦਿਨ ਉਹ ਜਿਵੇਂ ਹੀ ਘਰ ਤੋਂ ਨਿਕਲੇ, ਉਹਨਾਂ ਦੇ ਪਿੱਛੇ-ਪਿੱਛੇ ਮੈਂ ਵੀ ਘਰ ਤੋਂ ਨਿਕਲ ਗਈ। ਕਾਫੀ ਦੂਰ ਜਾਣ ਤੋਂ ਬਾਅਦ ਮੈਂ ਦੇਖਿਆ ਕਿ ਰਾਹੁਲ ਇੱਕ ਮੋੜ ਮੁੜ ਰਹੇ ਸਨ, ਜਿਸ ਤੋਂ ਅੱਗੇ ਸੜਕ ਸੁੰਨਸਾਨ ਪਈ ਸੀ। ਇੱਥੇ ਮੈਂ ਪਹਿਲਾਂ ਕਿਸੇ ਨੂੰ ਆਉਂਦੇ-ਜਾਂਦੇ ਨਹੀਂ ਦੇਖਿਆ ਸੀ। ਇਹ ਇੱਕ ਅਜਿਹੀ ਸੜਕ ਸੀ ਜੋ ਇੱਕ ਖਤਰਨਾਕ ਐਕਸੀਡੈਂਟ ਕਰਕੇ ਸਾਲਾਂ ਪਹਿਲਾਂ ਬੰਦ ਕਰ ਦਿੱਤੀ ਗਈ ਸੀ। ਇੱਥੇ ਐਕਸੀਡੈਂਟ ਵੀ ਬਹੁਤ ਜ਼ਿਆਦਾ ਹੁੰਦੇ ਸਨ, ਇਸੇ ਕਰਕੇ ਇਸ ਰੋਡ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ। ਉਸ ਵੇਲੇ ਮੈਂ ਦੇਖਿਆ ਕਿ ਇੱਕ ਕਾਲੇ ਰੰਗ ਦੀ ਗੱਡੀ ਆਈ ਅਤੇ ਮੇਰੇ ਪਤੀ ਉਸ ਗੱਡੀ ਵਿੱਚ ਬੈਠ ਕੇ ਚਲੇ ਗਏ। ਮੈਂ ਤਾਂ ਬਸ ਦੇਖਦੀ ਹੀ ਰਹੀ ਕਿ ਕਦੋਂ ਪਿੱਛੇ ਮੁੜਨਗੇ, ਪਰ ਗੱਡੀ ਤਾਂ ਅੱਗੇ ਵੱਲ ਹੀ ਜਾਂਦੀ ਰਹੀ। ਮੇਰੇ ਪਤੀ ਵੀ ਉਸ ਵਿੱਚ ਬੁੱਤ ਬਣ ਕੇ ਬੈਠੇ ਸਨ, ਪਰ ਇਸ ਵੇਲੇ ਮੈਂ ਕੀ ਕਰ ਸਕਦੀ ਸੀ।
ਮੇਰੇ ਕੋਲ ਗੱਡੀ ਤਾਂ ਨਹੀਂ ਸੀ ਅਤੇ ਮੈਂ ਪੈਦਲ ਉਹਨਾਂ ਦੀ ਗੱਡੀ ਦਾ ਪਿੱਛਾ ਵੀ ਨਹੀਂ ਕਰ ਸਕਦੀ ਸੀ। ਅਗਲੇ ਦਿਨ ਮੈਂ ਸੋਚਣ ਲੱਗੀ ਕਿ ਪਤੀ ਦੇ ਘਰ ਤੋਂ ਨਿਕਲਣ ਦੇ ਫੌਰਨ ਬਾਅਦ ਮੈਂ ਟੈਕਸੀ ਵਿੱਚ ਉਹਨਾਂ ਦੇ ਪਿੱਛੇ ਜਾਵਾਂਗੀ ਅਤੇ ਦੇਖਾਂਗੀ ਕਿ ਉਹ ਕਿੱਧਰ ਜਾ ਰਹੇ ਹਨ। ਅਗਲੇ ਦਿਨ ਮੇਰੇ ਪਤੀ ਜਦੋਂ ਘਰ ਤੋਂ ਨਿਕਲੇ ਤਾਂ ਮੈਂ ਬਿਨਾਂ ਦੇਰ ਕੀਤੇ ਉਹਨਾਂ ਦਾ ਪਿੱਛਾ ਕਰਨ ਦਾ ਫੈਸਲਾ ਕੀਤਾ। ਮੈਂ ਟੈਕਸੀ ਵਿੱਚ ਉਹਨਾਂ ਦਾ ਪਿੱਛਾ ਕਰ ਰਹੀ ਸੀ। ਥੋੜ੍ਹੀ ਦੂਰ ਜਾ ਕੇ ਗੱਡੀ ਇੱਕ ਖਾਲੀ ਮੈਦਾਨ ਵਿੱਚ ਨੀਚੇ ਨੂੰ ਉਤਰੀ। ਉਹਨਾਂ ਨੇ ਰਾਹੁਲ ਨੂੰ ਵੀ ਗੱਡੀ ਤੋਂ ਉਤਾਰਿਆ ਅਤੇ ਉਸ ਜਗ੍ਹਾ 'ਤੇ ਬਾਉਂਡਰੀ ਦਰਵਾਜ਼ੇ ਨੂੰ ਬੰਦ ਕਰ ਦਿੱਤਾ। ਇਹ ਮੈਦਾਨ ਇੰਨਾ ਵੱਡਾ ਅਤੇ ਬਦਸੂਰਤ ਸੀ ਕਿ ਇੱਥੇ ਪੈਰ ਰੱਖਣ ਦਾ ਵੀ ਦਿਲ ਨਹੀਂ ਕਰ ਰਿਹਾ ਸੀ। ਚਿੱਟੇ ਰੰਗ ਦੇ ਛੋਟੇ-ਛੋਟੇ ਡੱਬਿਆਂ ਵਿੱਚ ਪੈਕ ਚੀਜ਼ਾਂ ਉਹ ਰਾਹੁਲ ਨੂੰ ਦੇ ਰਹੇ ਸਨ, ਜਿਨ੍ਹਾਂ ਨੂੰ ਉਹ ਥੈਲੇ ਵਿੱਚ ਰੱਖ ਕੇ ਇੱਕ ਗੱਡੀ ਤੋਂ ਦੂਜੀ ਗੱਡੀ ਵਿੱਚ ਰੱਖ ਰਹੇ ਸਨ। ਉਸ ਤੋਂ ਬਾਅਦ ਰਾਹੁਲ ਉਸ ਗੱਡੀ ਵਿੱਚ ਨਹੀਂ ਬੈਠੇ, ਪਰ ਉਹੀ ਗੰਦੇ ਕੱਪੜਿਆਂ ਵਿੱਚ ਪੈਦਲ ਹੀ ਦੂਜੇ ਪਾਸੇ ਜਾਣ ਲੱਗੇ। ਇਹ ਦੇਖ ਕੇ ਮੈਨੂੰ ਬੜੀ ਹੈਰਾਨੀ ਹੋਈ। ਮਨ ਕਰ ਰਿਹਾ ਸੀ ਕਿ ਹੁਣੇ ਰਾਹੁਲ ਨੂੰ ਪੁੱਛ ਲਵਾਂ ਕਿ ਇੰਨਾ ਵੱਡਾ ਰਾਜ਼ ਮੇਰੇ ਤੋਂ ਕਿਉਂ ਲੁਕੋ ਕੇ ਰੱਖਿਆ। ਆਪਣੇ ਪਤੀ ਨੂੰ ਦੂਜਿਆਂ ਦੇ ਸਾਹਮਣੇ ਹੱਥ ਅੜਦਾ ਦੇਖ ਕੇ ਮੇਰਾ ਕਲੇਜਾ ਚੂਰ-ਚੂਰ ਹੋ ਗਿਆ ਸੀ। ਘਰ ਆ ਕੇ ਮੈਂ ਫੈਸਲਾ ਕਰ ਲਿਆ ਕਿ ਇਸ ਬਾਰੇ ਵਿੱਚ ਰਾਹੁਲ ਨਾਲ ਸਾਫ਼-ਸਾਫ਼ ਗੱਲ ਕਰਕੇ ਰਹਾਂਗੀ। ਘਰ ਆ ਕੇ ਮੇਰੇ ਬਹੁਤ ਕੁਝ ਬੋਲਣ 'ਤੇ ਵੀ ਰਾਹੁਲ ਨੇ ਇਹ ਨਹੀਂ ਦੱਸਿਆ ਕਿ ਉਹ ਕੀ ਕੰਮ ਕਰਦੇ ਹਨ, ਤਾਂ ਇਹ ਗੱਲ ਮੈਂ ਆਪਣੇ ਪਾਪਾ ਨੂੰ ਦੱਸ ਦਿੱਤੀ। ਮੇਰੇ ਪਾਪਾ ਨੇ ਖੁਫੀਆ ਤੌਰ 'ਤੇ ਤਹਿਕੀਕਾਤ ਕਰਵਾਈ ਤਾਂ ਪਤਾ ਚੱਲਿਆ ਕਿ ਉਹਨਾਂ ਦਾ ਕੀ ਕੰਮ ਹੈ। ਉਹਨਾਂ ਨਾਲ ਵਿਆਹ ਕਰਨ ਦਾ ਫੈਸਲਾ ਸਾਡੀ ਬਹੁਤ ਵੱਡੀ ਗਲਤੀ ਸੀ, ਕਿਉਂਕਿ ਮੇਰੇ ਪਤੀ ਜਿਨ੍ਹਾਂ ਨੇ ਆਪਣੇ ਆਪ ਨੂੰ ਇੱਕ ਬਿਜ਼ਨਸਮੈਨ ਦੱਸਿਆ ਸੀ, ਉਹ ਕੋਈ ਬਿਜ਼ਨਸਮੈਨ ਨਹੀਂ ਬਲਕਿ ਨਸ਼ਾ ਸਪਲਾਈ ਕਰਨ ਵਾਲੇ ਇੱਕ ਗਰੁੱਪ ਦਾ ਹਿੱਸਾ ਸਨ, ਜਿਸ ਵਿੱਚ ਉਹਨਾਂ ਨੇ ਪਤਾ ਨਹੀਂ ਕਿੰਨੀ ਪਾਪ ਦੀ ਕਮਾਈ ਕੀਤੀ ਅਤੇ ਕਿੰਨੇ ਹੀ ਲੋਕਾਂ ਦੀ ਜ਼ਿੰਦਗੀ ਬਰਬਾਦ ਕੀਤੀ। ਉਹ ਇੱਕ ਹੀ ਤਰ੍ਹਾਂ ਦੇ ਗੰਦੇ ਕੱਪੜੇ ਇਸ ਲਈ ਪਾਉਂਦੇ ਸਨ ਕਿ ਲੋਕ ਉਹਨਾਂ ਨੂੰ ਪਾਗਲ ਜਾਂ ਮਜ਼ਦੂਰ ਸਮਝਣ ਅਤੇ ਉਹਨਾਂ 'ਤੇ ਕਿਸੇ ਨੂੰ ਸ਼ੱਕ ਵੀ ਨਾ ਹੋਵੇ। ਇਹ ਸੁਣ ਕੇ ਮੇਰੇ ਅਤੇ ਪਾਪਾ ਦੇ ਤਾਂ ਹੋਸ਼ ਹੀ ਉੱਡ ਗਏ। ਮੈਂ ਆਪਣੇ ਪਤੀ ਨੂੰ ਬਹੁਤ ਖਰੀਆਂ ਖੋਟੀਆਂ ਸੁਣਾਈਆਂ ਅਤੇ ਕਿਹਾ ਮੈਂ ਅੱਜ ਹੀ ਉਹਨਾਂ ਤੋਂ ਤਲਾਕ ਲੈਣਾ ਚਾਹੁੰਦੀ ਹਾਂ। ਮੈਨੂੰ ਉਮੀਦ ਨਹੀਂ ਸੀ ਕਿ ਮੇਰਾ ਪਤੀ ਆਪਣੇ ਕੰਮ ਨੂੰ ਮੇਰੇ ਨਾਲੋਂ ਜ਼ਿਆਦਾ ਅਹਿਮੀਅਤ ਦੇਵੇਗਾ। ਉਹਨਾਂ ਨੇ ਮੈਨੂੰ ਤਲਾਕ ਦੇ ਦਿੱਤਾ, ਪਰ ਉਹ ਬੁਰਾ ਕੰਮ ਨਹੀਂ ਛੱਡਿਆ। ਮੈਂ ਵੀ ਸੋਚ ਲਿਆ ਸੀ ਕਿ ਉਹਨਾਂ ਨੂੰ ਇਹ ਕੰਮ ਹਰਗਿਜ਼ ਨਹੀਂ ਕਰਨ ਦੇਵਾਂਗੀ। ਮੈਂ ਉਹਨਾਂ ਦੀ ਕੰਪਲੇਂਟ ਕਰ ਦਿੱਤੀ ਅਤੇ ਉਹਨਾਂ ਦੇ ਸਾਰੇ ਗਰੁੱਪ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਮੈਂ ਅਜਿਹੇ ਆਦਮੀ ਨੂੰ ਬਦਦੁਆ ਹੀ ਦਿੰਦੀ ਹਾਂ, ਜਿਸ ਦੀਆਂ ਆਦਤਾਂ ਅਤੇ ਸੰਸਕਾਰ ਇੰਨੇ ਘਟੀਆ ਹਨ। ਅੱਜ ਮੈਂ ਤਲਾਕਸ਼ੁਦਾ ਹੋ ਕੇ ਆਪਣੇ ਘਰ ਬੈਠੀ ਹਾਂ। ਮੈਨੂੰ ਪਤਾ ਹੈ ਕਿ ਰੱਬ ਮੇਰੇ ਲਈ ਵੀ ਕੋਈ ਨਾ ਕੋਈ ਰਸਤਾ ਖੋਲ੍ਹ ਹੀ ਦੇਵੇਗਾ, ਪਰ ਮੈਂ ਮੁੜ ਕੇ ਉਸ ਨਰਕ ਵਿੱਚ ਦੁਬਾਰਾ ਨਹੀਂ ਜਾਵਾਂਗੀ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਬਾਰੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਨਾਲ ਹੀ ਘੰਟੀ ਨੂੰ ਦਬਾ ਕੇ ਆਲ 'ਤੇ ਸੈੱਟ ਕਰ ਲਿਓ, ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਤੁਰੰਤ ਮਿਲ ਜਾਵੇ। ਮੈਨੂੰ ਦਿਓ ਅਗਲੀ ਵੀਡੀਓ ਤੱਕ ਇਜਾਜ਼ਤ। ਤਦ ਤੱਕ ਲਈ ਧੰਨਵਾਦ।